ਸਤਿ ਸ਼੍ਰੀ ਅਕਾਲ। ਮੈਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। ਕਾਂਗਰਸ ਦੇ ਵਾਕਈ ਲੱਗਦਾ ਹੈ ਕਿ ਮੁਸੀਬਤਾਂ ਦਾ ਹੱਲ ਨਿਕਲ ਨਹੀਂ ਰਿਹਾ। ਉਧਰ ਹਾਲੇ ਭਾਰਤ ਭੂਸ਼ਣ ਆਸ਼ੂ, ਭ੍ਰਸ਼ਟਾਚਾਰ ਦੇ ਆਰੋਪ ਤੇ ਬਹੁਤ ਘੁਟਾਲਿਆਂ ਦੀ ਜਾਂਚ ਤੇ ਭਾਰਤ ਭੂਸ਼ਣ ਆਸ਼ੂ ਹਾਲੇ ਅੰਦਰ ਨੇ ਤੇ ਇੱਧਰ ਇੱਕ ਨਵਾਂ ਅੱਜ ਨੋਟਿਸ ਪੰਜਾਬ ਵਿਜੀਲੈਂਸ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਘਰੇ ਵੀ ਲਾ ਦਿੱਤਾ। ਸ਼ਨੀਵਾਰ ਨੂੰ ਵਿਜੀਲੈਂਸ ਐਸਐਸਪੀ ਦੇ ਸਾਹਮਣੇ ਓਪੀ ਸੋਨੀ ਪੇਸ਼ ਹੋਣਗੇ। ਕਿਹਾ ਜਾ ਰਿਹਾ ਹੈ ਕਿ ਹਾਲੇ ਵੀ ਆਮਦਨ ਤੋਂ ਵੱਧ ਜਿਹੜੀ ਸੰਪत्ति ਹੈ ਉਹਦੇ ਬਾਰੇ ਜਾਣਕਾਰੀ ਮੰਗੀ ਗਈ ਹੈ। ਪਰ ਕੀ ਇਹ ਸ਼ੁਰੂਆਤ ਹੈ? ਸੋਨੀ ਜੀ ਦੀਆਂ ਮੁਸ਼ਕਲਾਂ ਹਾਲੇ ਹੋਰ ਵੱਧ ਸਕਦੀਆਂ ਨੇ ਕਿਉਂਕਿ ਹੁਣ ਫਾਈਲ ਖੁੱਲੀ ਹੈ। ਘੁਟਾਲੇ ਹੋ ਸਕਦਾ ਹੈ ਕਿ ਇੱਥੇ ਵੀ ਘੁਟਾਲੇ ਕਿਤੇ ਨਾ ਕਿਤੇ ਉਜਾਗਰ ਕੀਤੇ ਜਾਣ ਤੇ ਇਸੇ ਤੇ ਹੀ ਅੱਜ ਆਪਾਂ ਚਰਚਾ ਕਰਾਂਗੇ। ਸਾਡੇ ਨਾਲ ਜੁੜਨਗੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਆਰਪੀਐਸ ਮਲਹੋਤਰਾ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਮਲਹੋਤਰਾ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਲਹੋਤਰਾ ਜੀ, ਪਹਿਲਾ ਸਵਾਲ ਦੇਖੋ, ਚਾਹੇ ਉਹ ਕੋਈ ਵੀ ਪਾਰਟੀ ਹੋਵੇ, ਜਦੋਂ ਉਹ ਸੱਤਾ 'ਚ ਨਹੀਂ ਹੁੰਦੀ ਤੇ ਸੱਤਾਧਾਰੀ ਪਾਰਟੀ ਜੇ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਕਾਰਵਾਈ ਕਰਦੀ ਹੈ, ਈਡੀ ਲਿਆਂਦੀ ਹੈ, ਤਾਂ ਉਹ ਕਹਿੰਦੀ ਹੈ ਜਾਤੀ ਕਰਦੀ ਹੈ। ਆਪਾਂ ਇੱਥੇ ਇਹ ਗੱਲ ਕਰਾਂਗੇ ਤਾਂ ਹੁਣ ਇਹ ਮੰਨ ਕੇ ਚੱਲੋ ਕਿ ਜਿਹੜਾ ਨੋਟਿਸ ਕੀਤਾ ਹੈ ਤੇ ਜੇ ਕੋਈ ਕੁਝ ਹੁੰਦਾ ਅੱਗੇ, ਕਾਂਗਰਸ ਵਾਲਿਆਂ ਨੇ ਤਾਂ ਇਹੀ ਕਹਿਣਾ ਹੈ ਨਾ ਜੀ ਆਮ ਆਦਮੀ ਪਾਰਟੀ ਨੇ ਜਾਤੀ ਕੀਤੀ ਹੈ ਕਿ ਆਪਣਾ ਜਿਹੜਾ ਸਰਕਾਰੀ ਤੰਤਰ ਉਹ ਯੂਜ਼ ਕਰ ਰਹੇ ਨੇ। ਹਾਲਾਂਕਿ ਭਾਵੇਂ ਉਹਨਾਂ ਨੇ ਵੀ ਕੀਤਾ ਹੋਊਗਾ, ਹਰ ਸੱਤਾ ਜਦੋਂ ਪਾਰਟੀ ਆਉਂਦੀ ਹੈ ਆਪਣੀ ਇਹ ਸਭ ਚੀਜ਼ਾਂ ਕਰਦੀ ਹੈ। ਤੁਸੀਂ ਇਹਨੂੰ ਪਹਿਲਾਂ ਕਿਵੇਂ ਦੇਖਦੇ ਹੋ ਕਿ ਜਿਹੜੀ ਫਾਈਲ ਚੱਕਦੇ ਹੋ ਉਹਦੇ ਵਿੱਚੋਂ ਕੋਈ ਨਾ ਕੋਈ ਸੱਪ ਨਿਕਲਦਾ ਹੈ? ਦੇਖੋ ਸੁਰਿੰਦਰ ਜੀ, ਪਿਛਲੇ 20-25 ਸਾਲ ਦੇ ਦੌਰਾਨ ਪੰਜਾਬ ਦੇ ਵਿੱਚ ਲੋਕਾਂ ਨੂੰ ਕੀ ਮਿਲਿਆ? ਹਾਲਾਂਕਿ ਪੰਜਾਬ ਦਾ ਬਜਟ ਹਮੇਸ਼ਾ ਹੀ ਘਾਟੇਦਾਰ ਰਿਹਾ ਹੈ ਔਰ ਜਿਹੜਾ ਕਰਜ਼ਾ ਹੈ ਉਹ ਹਰ ਸਾਲ ਜਿਹੜਾ ਹਜ਼ਾਰਾਂ ਕਰੋੜ ਦੇ ਵਿੱਚ ਵੱਧ ਜਾਂਦਾ ਸੀ ਤੇ ਅਖੀਰ ਜਦੋਂ ਪਿਛਲੀ ਸਰਕਾਰ ਗਈ ਹੈ ਤਾਂ ਪੌਣੇ 3 ਲੱਖ ਕਰੋੜ ਕਰਜ਼ਾ ਸੀਗਾ। ਤੋਂ ਸਾਰਾ ਪੈਸਾ ਕਿੱਥੇ ਜਾ ਰਿਹਾ ਸੀਗਾ? ਔਰ ਤੁਸੀਂ ਦੂਜੇ ਪਾਸੇ ਦੇਖੋ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਨਾਂ ਨੇ ਕੋਈ ਫालतू ਟੈਕਸ ਨਹੀਂ ਲਾਇਆ, ਪਰ ਉਸ ਦੇ ਬਾਵਜੂਦ ਇੰਨੀਆਂ ਸਹੂਲਤਾਂ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਨੇ ਔਰ ਉਸ ਦੇ ਬਾਵਜੂਦ ਉਹ ਪ੍ਰੋਫਿਟ ਵਿੱਚ ਹੈ, ਯਾਨੀ ਕਿ ਹਮੇਸ਼ਾ ਹੀ ਉਹਨਾਂ ਦਾ ਸਰਪਲਸ ਬਜਟ ਰਹਿੰਦਾ। ਸੋ ਇਹ ਗੱਲ ਸਪਸ਼ਟ ਹੈ ਕਿ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਬਹੁਤ ਬੁਰੇ ਤਰੀਕੇ ਨਾਲ ਲੁੱਟਿਆ ਗਿਆ ਹੈਗਾ। ਔਰ ਠੀਕ ਹੈ, ਇਲਜ਼ਾਮ ਹਰ ਕੋਈ ਲਗਾਉਂਦਾ ਹੈ ਕਿ ਬਈ ਉਹਨਾਂ ਦੇ ਖਿਲਾਫ ਬਦਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਵਿਰੋਧੀ ਧਿਰ ਹੋਣ ਕਰਕੇ ਕੀਤੀ ਜਾ ਰਹੀ ਹੈ, ਪਰ ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਹੀ ਇਕੱਲੀ ਇੱਕ ਐਸੀ ਪਾਰਟੀ ਹੈ ਜਿਹਨੇ ਬਿਨਾਂ ਕਿਸੇ ਦੇ ਕਹੇ, ਬਿਨਾਂ ਕਿਸੇ ਦੇ ਪਤਾ ਚਲੇ ਆਪਣੇ ਹੈਲਥ ਮਿਨਿਸਟਰ ਤੇ ਕਾਰਵਾਈ ਕੀਤੀ ਹੈ। ਔਰ ਹੁਣ ਹਾਲਾਂਕਿ ਜਾਂਚ ਚੱਲ ਰਹੀ ਹੈ ਫੌਜਾ ਸਿੰਘ ਸਰਾਰੀ ਦੇ ਕੇਸ ਵਿੱਚ, ਜੇ ਉਹਨਾਂ ਦੇ ਖਿਲਾਫ ਕੁਝ ਨਿਕਲਦਾ ਹੈਗਾ ਤਾਂ ਉਹਨਾਂ ਤੇ ਵੀ ਕਾਰਵਾਈ ਹੋਏਗੀ। ਦਿੱਲੀ 'ਚ ਅਸੀਂ ਆਪਣੇ ਮਿਨਿਸਟਰ ਤੇ ਕਾਰਵਾਈ ਕੀਤੀ ਹੈਗੀ ਹੈ। ਸੋ ਇਹ ਕਹਿਣਾ ਕਿ ਬਈ ਬਦਲੇ ਦੀ ਕਾਰਵਾਈ ਜਾਂ ਵਿਰੋਧੀ ਧਿਰ ਦੇ ਉੱਤੇ ਕਾਰਵਾਈ ਆਮ ਆਦਮੀ ਪਾਰਟੀ ਕਰਦੀ ਹੈ ਤਾਂ ਬਿਲਕੁਲ ਹੀ ਗਲਤ ਹੈ। ਖਾਸ ਕਰ ਆਮ ਆਦਮੀ ਪਾਰਟੀ ਦੇ ਸੰਦਰਭ ਵਿੱਚ ਤਾਂ ਇਹ ਬਿਲਕੁਲ ਹੀ ਗਲਤ ਹੈਗਾ। ਔਰ ਸਾਡੇ ਮੁੱਖ ਮੰਤਰੀ ਵੱਲੋਂ ਇੱਕ ਖਾਸ ਹਿਦਾਇਤ ਹੈਗੀ ਹੈ ਸਾਰੇ ਮਿਨਿਸਟਰਸ ਨੂੰ, ਸਾਰੇ ਡਿਪਾਰਟਮੈਂਟਸ ਨੂੰ, ਕਿ ਕਿਸੇ ਦੇ ਖਿਲਾਫ ਵੀ ਬਦਲਾਖੋਰੀ ਦੀ ਨੀਤੀ ਜਾਂ ਨਾਜਾਇਜ਼ FIRs ਜਾਂ ਪਰਚੇ ਨਹੀਂ ਕੀਤੇ ਜਾਣਗੇ। ਇਹ ਤਾਂ ਹੁਣ ਨੋਰਮਲ ਰੂਟੀਨ ਵਿੱਚ, ਜੇ ਅਗਲਿਆਂ ਨੇ ਚੋਰੀਆਂ ਕੀਤੀਆਂ ਹੈਗੀਆਂ ਤਾਂ ਨੋਰਮਲ ਰੂਟੀਨ ਵਿੱਚ ਤਾਂ ਕਾਨੂੰਨ ਨੇ ਆਪਣਾ ਕੰਮ ਕਰਨਾ ਹੀ ਹੈ ਨਾ, ਉਸਨੂੰ ਤਾਂ ਨਹੀਂ ਆਪਾਂ ਰੋਕ ਸਕਦੇ ਔਰ ਉਹਨੂੰ ਰੋਕਣਾ ਵੀ ਨਾਜਾਇਜ਼ ਹੋਏਗਾ। ਦੇਸ਼ ਦੇ ਨਾਲ, ਪੰਜਾਬ ਦੇ ਨਾਲ ਧੱਕਾ ਹੋਏਗਾ। ਸੋ ਉਹ ਤਾਂ ਕਾਨੂੰਨ ਨੇ ਆਪਣਾ ਕੰਮ ਕਰਨਾ ਹੀ ਹੈ। ਔਰ ਉਹਦੇ ਵਿੱਚ ਤੁਸੀਂ ਦੇਖੋ ਕਿ ਵੀ ਇਹਨਾਂ ਦੇ ਪਹਿਲਾਂ ਜਿਸ ਤਰ੍ਹਾਂ ਸਾਧੂ ਸਿੰਘ ਧਰਮਸੋਤ ਸੀਗੇ ਜਾਂ ਜੋਗਿੰਦਰਪਾਲ ਸੀਗੇ ਜਾਂ ਭਾਰਤ ਭੂਸ਼ਣ ਆਸ਼ੂ ਸੀਗੇ ਜਾਂ ਸੁੰਦਰ ਸ਼ਾਮ ਅਰੋੜਾ ਸੀਗੇ, ਉਹਨਾਂ ਦੇ ਖਿਲਾਫ ਸਬੂਤ ਨਿਕਲਿਆ ਨਾ। ਸੁੰਦਰ ਸ਼ਾਮ ਅਰੋੜਾ ਜੀ ਤਾਂ 50 ਲੱਖ ਰੁਪਏ ਲੈ ਕੇ ਪਹੁੰਚ ਗਏ। ਠੀਕ ਹੈ ਨਾ। ਸੋ ਇਹ ਜਿਹੜੀ ਇਹਨਾਂ ਤੇ ਕਾਰਵਾਈ ਹੋ ਰਹੀ ਹੈ ਬੇਬੁਨਿਆਦ ਨਹੀਂ ਹੋ ਰਹੀ। ਹਾਲਾਂਕਿ ਇਹ ਠੀਕ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਸਾਡੇ 2 ਮਿਨਿਸਟਰਸ ਦੇ ਖਿਲਾਫ ਹੋ ਰਹੀ ਹੈ ਉਹ ਬੇਬੁਨਿਆਦ ਹੋ ਰਹੀ ਹੈ ਔਰ ਸੱਤਾ ਦਾ ਮਿਸਯੂਜ਼ ਕਰਕੇ ਹੋ ਰਹੀ ਹੈ, ਪਰ ਆਮ ਆਦਮੀ ਪਾਰਟੀ ਕਦੀ ਵੀ ਤੁਸੀਂ ਦੇਖੋਗੇ ਇਹ ਮਿਸਯੂਜ਼ ਨਹੀਂ ਕਰੇਗੀ। ਜੋ ਕਾਨੂੰਨ ਦੀ ਬਣਦੀ ਕਾਰਵਾਈ ਹੈ ਉਹ ਤਾਂ ਆਪਾਂ ਨੂੰ ਕਰਨੀ ਪਏਗੀ ਨਾ ਜੀ। ਮਲਹੋਤਰਾ ਜੀ, ਇੱਕ ਚੀਜ਼ ਦੇਖੋ, ਸਰਕਾਰ ਬਦਲਦੀ ਹੈ ਪਰ ਜਿਨ੍ਹਾਂ ਨੇ ਕਾਰਵਾਈ ਕਰਨੀ ਹੁੰਦੀ ਹੈ ਉਹ ਤਾਂ ਉਹੀ ਰਹਿੰਦੇ ਨੇ। ਕੁਰਸੀਆਂ ਉਹੀ, ਮੁਲਾਜ਼ਮ ਉਹੀ, ਸਿਸਟਮ ਉਹੀ। ਸਿਰਫ ਸਰਕਾਰ ਬਦਲਣ ਨਾਲ ਘੁਟਾਲੇ ਬਾਹਰ ਆਉਂਦੇ ਨੇ, ਚਲੇ ਜਾਂਦੇ ਨੇ। ਉਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕੰਮ ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੇ ਸਿਸਟਮ ਹੈ ਉਹ ਇੰਨਾ ਗੰਦਲਾ ਹੋ ਚੁੱਕਿਆ ਕਿ ਉਹ ਸਿਸਟਮ ਤੇ ਸਰਕਾਰ ਇੰਨੀ ਪੋਲੀਟੀਕਲ ਇੰਟਰਫੀਰੈਂਸ ਹੋ ਚੁੱਕੀ ਹੈ
ਕਿ ਜੇ ਸਰਕਾਰ ਹੈਗੀ ਹੈ ਤਾਂ ਨਾ ਤਾਂ ਉਹਦੇ ਕੋਈ ਮਤਲਬ ਜੋ ਮਰਜ਼ੀ ਕਰੀ ਜਾਏ, ਉਹ ਵੀ ਵਿਚਾਰੇ ਚੁੱਪ ਰਹਿੰਦੇ ਆ। ਇੱਕ ਲੌਬੀ ਹੈ ਜਿਹਨੂੰ ਕਿ ਜਿਹੜੇ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਕਾਰ ਦੇ ਚਹੇਤੇ ਹੁੰਦੇ ਨੇ ਉਹਨਾਂ ਨੂੰ ਉੱਪਰ ਬਿਠਾ ਦਿੱਤਾ ਜਾਂਦਾ, ਤੇ ਲੌਬੀ ਜਿਹੜੀ ਨੀਚੇ ਹੈ ਉਹ ਬੜੇ ਆਰਾਮ ਨਾਲ ਕੰਮ ਕਰਦੀ ਹੈ। ਕਿਉਂਕਿ ਜਦੋਂ ਫਿਰ ਉਹ ਕੰਮ ਕਰਨ ਲੱਗਦੇ ਨੇ ਉਦੋਂ ਫਿਰ ਕੋਈ ਨਾ ਕੋਈ ਫਾਈਲਾਂ ਜਿੱਥੇ ਹੱਥ ਲਾਓ। ਆਪਾਂ ਇਹ ਕਿਉਂ ਕਹਿੰਦੇ ਆ ਕਿ ਸਰਕਾਰ ਬਦਲੀ, ਪਰ ਵਾਰ-ਵਾਰ ਸਵਾਲ ਉਹੀ ਜ਼ਿਹਨ ਦੇ ਵਿੱਚ ਆਉਂਦਾ ਹੈ ਵੀ ਕੰਮ ਕਰਨ ਵਾਲੇ ਜਦੋਂ ਉਹੀ ਨੇ ਤਾਂ ਉਹਨਾਂ ਦੀ ਕਿਵੇਂ ਮਤਲਬ ਇਹ ਸਭ ਚੀਜ਼ਾਂ ਬਦਲ ਸਕਦੀਆਂ ਨੇ? ਇਹਨੂੰ ਕਿਵੇਂ ਦੇਖੋ? ਦੇਖੋ ਸੁਰਿੰਦਰ ਜੀ, ਜਿਹੋ ਜਿਹਾ ਰਾਜਾ ਹੁੰਦਾ ਨਾ ਉਹੋ ਜੀ ਜਿਹੜੀ ਹੈ ਉਹ ਵਿਵਸਥਾ ਹੋ ਜਾਂਦੀ ਹੈਗੀ। ਜੇ ਰਾਜਾ ਚੋਰਕਾਰ ਨੇ ਜਾਂ ਉਹਦੇ ਜਿਹੜੇ ਅਫਸਰ ਨੇ ਉਹ ਵੀ ਚੋਰ ਹੋ ਜਾਂਦੇ ਨੇ। ਇਹ ਠੀਕ ਹੈ ਕਿ ਸਾਰੇ ਦੇ ਸਾਰੇ ਚੋਰ ਨਹੀਂ ਹੁੰਦੇ। ਉਹ ਫਿਰ ਜਦੋਂ ਸਿਸਟਮ ਬਦਲਦਾ ਹੈ ਤੇ ਕੋਈ ਅਗਰ ਇਮਾਨਦਾਰ ਰਾਜਾ ਆਉਂਦਾ ਤਾਂ ਉਸ ਮੁਤਾਬਕ ਕਾਰਵਾਈ ਹੋਣੀ ਸ਼ੁਰੂ ਹੁੰਦੀ ਹੈ। ਤਾਂ ਹੌਲੀ ਹੌਲੀ ਕਰਕੇ ਫਿਰ ਇਹ ਵੀ ਹੈ ਕਿ ਹਜੇ ਵੀ ਸਿਸਟਮ ਦੇ ਵਿੱਚ ਬਹੁਤ ਚੋਰ ਵੀ ਬੈਠੇ ਨੇ ਜਿਹੜੇ ਕਿ ਰੁਕਾਵਟਾਂ ਵੀ ਪਾ ਰਹੇ ਨੇ, ਠੀਕ ਹੈ, ਲੇਕਿਨ ਕੁਝ ਇਮਾਨਦਾਰ ਵੀ ਹੈਗੇ ਨੇ ਜਿਹੜੇ ਇਮਾਨਦਾਰ ਸਰਕਾਰ ਦਾ ਸਾਥ ਦਿੰਦੇ ਨੇ, ਕਾਨੂੰਨ ਦਾ ਸਾਥ ਦਿੰਦੇ ਨੇ, ਤੇ ਉਹਨਾਂ ਕਰਕੇ ਫਿਰ ਇਹ ਘੁਟਾਲੇ ਜਿਹੜੇ ਨੇ ਉਹ ਬਾਹਰ ਨਿਕਲਦੇ ਨੇ। ਕਿਵੇਂ ਦੇਖਦੇ ਹੋ ਸੋਨੀ ਸਾਹਿਬ ਦਾ ਕਿਹੜੇ ਘੁਟਾਲੇ ਵਾਲੇ ਪਾਸੇ ਜਾ ਰਹੀ ਹੈ ਫਾਈਲ? ਕਿਉਂਕਿ ਹਾਲੇ ਤੱਕ ਮੀਡੀਆ ਨਾਲ ਕੋਈ ਸਾਂਝੀ ਨਹੀਂ ਕੀਤੀ, ਸਿਰਫ ਨੋਟਿਸ ਦੱਸਿਆ ਗਿਆ ਸ਼ਨੀਵਾਰ ਨੂੰ ਸੋਨੀ ਸਾਹਿਬ ਨੇ ਮਿਲਣਾ ਹੈ, ਮਤਲਬ ਪੇਸ਼ ਹੋਣਾ ਹੈ। ਪਤਾ ਨਹੀਂ ਹਾਲੇ ਹੋਣਾ ਕਿ ਨਹੀਂ ਹੋਣਾ, ਉਹ ਤਾਂ ਚਲੋ ਸ਼ਨੀਵਾਰ ਕੱਲ ਆਪਾਂ ਨੂੰ ਪਤਾ ਲੱਗਣਾ, ਪਰ ਕਿੱਧਰਲੇ ਪਾਸੇ ਜਾ ਰਹੀ ਹੈ ਜਾਂ ਥੋੜਾ ਜਿਹਾ ਕੋਈ ਹਿੰਟ ਤਾਂ ਦੇ ਕੇ ਜਾਓ। ਦੇਖੋ ਉਹਨਾਂ ਨੂੰ ਵਿਜੀਲੈਂਸ ਨੇ ਕਿਹਾ ਹੈਗਾ ਕਿ ਉਹਨਾਂ ਦੇ ਜਿਹੜੇ ਆਮਦਨ ਦੇ ਸਰੋਤ ਨੇ ਉਹਨਾਂ ਦੀ ਡਿਟੇਲ ਲੈ ਕੇ ਉਹ ਪਹੁੰਚਣ, ਕਿਉਂਕਿ ਉਹਨਾਂ ਦੇ ਖਿਲਾਫ ਉਹਨਾਂ ਦੀ ਆਮਦਨ ਤੋਂ ਵੱਧ ਸੰਪਤੀ ਹੋਣ ਦੇ ਕੁਝ ਸੰਕੇਤ ਮਿਲੇ ਨੇ। ਤੇ ਨਾਲ ਹੀ ਆਪਾਂ ਜਾਣਦੇ ਹਾਂ ਕਿ ਬਈ ਜਦੋਂ ਕਰੋਨਾ ਹੋਇਆ ਸੀ ਉਦੋਂ ਇਹ ਹੈਲਥ ਮਿਨਿਸਟਰ ਸੀਗੇ ਤਾਂ ਮਾਰਕੀਟ ਨਾਲੋਂ 3 ਗੁਣਾ ਰੇਟ ਤੇ ਜਿਹੜਾ ਸੈਨੀਟਾਈਜ਼ਰ ਇਲੈਕਸ਼ਨ ਕਮਿਸ਼ਨ ਨੇ 54 ਰੁਪਏ 54 ਪੈਸੇ ਤੇ ਖਰੀਦਿਆ ਸੀ, ਉਹ ਇਹਨਾਂ ਨੇ 160 ਰੁਪਏ ਤੇ ਖਰੀਦਿਆ। ਯਾਨੀ ਕਿ ਇੱਕ ਪਾਸੇ ਦੇਸ਼ ਮਰ ਰਿਹਾ ਸੀ, ਲੋਕਾਂ ਤੇ ਮੁਸੀਬਤ ਸੀਗੀ, ਤੇ ਕਾਂਗਰਸ ਵਾਲੇ ਨੋਟ ਛਾਪਣ ਤੇ ਲੱਗੇ ਸੀਗੇ। ਸੋ ਕਿਧਰੇ ਨਾ ਕਿਧਰੇ ਕੁਝ ਤਾਂ ਗੜਬੜ ਹੈ ਹੀ ਹੈ। ਉਹ ਚਲੋ ਆਪਾਂ ਹਜੇ ਉਹਨੂੰ ਪ੍ਰੀਐਮਪਟ ਨਹੀਂ ਕਰਦੇ, ਉਹਨੂੰ ਪਹਿਲਾਂ ਹੀ ਆਪਾਂ ਕੈਸਰਾਈਆਂ ਨਹੀਂ ਲਗਾਉਂਦੇ, ਪਰ ਆਪਾਂ ਨੂੰ ਪਤਾ ਹੈ ਕਿ ਵੀ ਪਿਛਲੀਆਂ ਸਰਕਾਰਾਂ ਦੇ ਸਮੇਂ ਕਿਸ ਤਰੀਕੇ ਨਾਲ ਕੰਮ ਹੁੰਦੇ ਰਹੇ ਨੇ, ਕਿਵੇਂ ਇਹਨਾਂ ਦੇ ਮਿਨਿਸਟਰਸ ਜਿਹੜੇ ਨੇ ਵੱਖ-ਵੱਖ ਘੁਟਾਲਿਆਂ 'ਚ ਇਨਵੋਲਵ ਰਹੇ ਨੇ। ਤੇ ਆਪਾਂ ਦੇਖਦੇ ਹਾਂ ਅਗਲੇ 5-7 ਦਿਨਾਂ ਵਿੱਚ 10 ਦਿਨਾਂ ਵਿੱਚ ਜੋ ਵੀ ਜਾਂਚ ਹੋਏਗੀ ਉਸ ਵਿੱਚ ਕੁਝ ਨਾ ਕੁਝ ਤਾਂ ਨਿਕਲੇਗਾ ਜੀ। ਹੋਰ ਤੁਹਾਡੇ ਤੇ ਸਵਾਲ ਆਣਾ ਮੈਂ, ਕਿਉਂਕਿ ਹੋ ਸਕਦਾ ਤੁਹਾਨੂੰ ਲੱਗੇ ਕਿ ਮੈਂ ਸ਼ਾਇਦ ਵਿਰੋਧੀਆਂ ਦਾ ਹੀ ਬੈਠਾ ਇੱਥੇ, ਪਰ ਸਵਾਲ ਮੈਨੂੰ ਲੱਗਦਾ ਕਿ ਇਹ ਆ ਸਕਦਾ ਹੈ ਕਿ ਸਵਾਲ ਇਹ ਆਏਗਾ ਕਿ ਕਾਂਗਰਸੀਆਂ ਤੇ ਹੀ ਕਾਰਵਾਈ, ਕਿ 2017 ਤੋਂ ਪਹਿਲਾਂ ਵਾਲੀਆਂ ਫਾਈਲਾਂ ਕੋਈ ਚੱਕੀਆਂ ਜਾਣਗੀਆਂ ਕਿ ਨਹੀਂ, ਕਿਉਂਕਿ 10 ਸਾਲ ਰਾਜ ਉਧਰ ਵੀ ਹੋਇਆ ਹੈ। ਕਿ ਇਹ ਮੰਨਿਆ ਜਾਵੇ ਕਿ ਉਧਰ ਕਿਤੇ ਤਾਂ ਨਹੀਂ ਕਿ ਉਹਨਾਂ ਸਾਰਿਆਂ ਨੂੰ ਕਲੀਨ ਚਿਟ ਦੇ ਦਿੱਤੀ ਗਈ ਹੈ? ਨਹੀਂ, ਦੇਖੋ ਜਿਸ ਕਿਸੇ ਨੇ ਵੀ ਕਾਨੂੰਨ ਤੋੜਿਆ ਹੈ ਔਰ ਦੇਸ਼ ਦਾ ਖਜ਼ਾਨਾ ਲੁੱਟਿਆ, ਪੰਜਾਬ ਦਾ ਖਜ਼ਾਨਾ ਲੁੱਟਿਆ, ਉਹਨਾਂ ਤੇ ਕਾਰਵਾਈ ਹੋਏਗੀ। ਪਰ ਇਹ ਹੈ ਕਿ ਬੜੀ ਵਾਰੀ ਇਹ ਹੁੰਦਾ ਕਿ ਵੀ ਚੋਰ ਜਿਹੜਾ ਉਹ 100 ਚੋਰੀਆਂ ਕਰਦਾ ਤੇ ਫੜੀ ਸਿਰਫ ਇੱਕ ਜਾਂਦੀ ਹੈ, ਬਸ ਉਸੇ 'ਚ ਉਹਨੂੰ ਸਜ਼ਾ ਹੋ ਜਾਂਦੀ ਹੈ। ਸੋ ਬਹੁਤ ਸਾਰੇ ਘੁਟਾਲੇ ਐਸੇ ਵੀ ਹੋਣੇ ਜਿਹੜੇ ਸਰਕਾਰ ਦੀ ਨਜ਼ਰ ਵਿੱਚ ਜਾਂ ਪੁਲਿਸ ਦੀ ਨਜ਼ਰ ਵਿੱਚ ਨਹੀਂ ਆਣਗੇ, ਲੇਕਿਨ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਜਿਹੜੀ ਪਹਿਲੀ ਸਰਕਾਰ ਹੈ ਉਹਨਾਂ ਤੇ ਕਾਰਵਾਈ ਨਹੀਂ ਹੋਏਗੀ। ਤੁਸੀਂ ਦੇਖੋ ਕਿ ਸ਼ਰਨਜੀਤ ਸਿੰਘ ਢਿੱਲੋਂ ਦੇ ਉੱਤੇ ਕਾਰਵਾਈ ਹੋ ਰਹੀ ਹੈਗੀ ਹੈ, ਜਨਮੇਜਾ ਸਿੰਘ ਸੇਖਾਂ ਦੇ ਉੱਤੇ ਕਾਰਵਾਈ ਹੋ ਰਹੀ ਹੈਗੀ ਹੈ, ਹੋਰ ਤਾਂ ਹੋਰ ਜਿਹੜੇ ਆਈਐਸ ਅਫਸਰ ਸੀਗੇ ਸਰਵੇਸ਼ ਕੌਸ਼ਲ ਜੀ ਜਾਂ KBS ਸਿੱਧੂ ਜਾਂ KS ਪੰਨੂ, ਉਹਨਾਂ ਤੇ ਵੀ ਕਾਰਵਾਈ ਹੋ ਰਹੀ ਹੈਗੀ ਹੈ। ਸੋ ਜਿਸ ਵੀ ਕਿਸੇ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ, ਪੰਜਾਬ ਨੂੰ ਲੁੱਟਿਆ ਹੈਗਾ, ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ, ਸਾਰਿਆਂ ਤੇ ਕਾਰਵਾਈ ਹੋਏਗੀ, ਚਾਹੇ ਉਹ ਵਿਰੋਧੀ ਪਾਰਟੀਆਂ ਦੇ ਹੋਣ, ਚਾਹੇ ਉਹ ਅਫਸਰ ਹੋਣ, ਚਾਹੇ ਸਾਡੇ ਆਪਣੀ ਪਾਰਟੀ ਦੇ ਹੋਣ। ਸਾਡੀ ਪਾਰਟੀ ਜਿਹੜੀ ਹੈ ਇੱਕ ਕੱਟੜ ਇਮਾਨਦਾਰ ਪਾਰਟੀ ਹੈ। ਸਾਡੇ ਜਿਹੜੇ ਰਾਸ਼ਟਰੀ ਕਨਵੀਨਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ, ਦੋਵੇਂ ਬਹੁਤ ਕੱਟੜ ਨੇ ਔਰ ਸਾਡੀ ਐਂਟੀ ਕਰਪਸ਼ਨ ਮੂਵਮੈਂਟ ਚੋਂ ਨਿਕਲੀ ਹੋਈ ਪਾਰਟੀ ਹੈ। ਸੋ ਕਿਸੇ ਵੀ ਤਰ੍ਹਾਂ ਦਾ ਭ੍ਰਸ਼ਟਾਚਾਰ ਜਿਹੜਾ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਕੋਈ ਵੀ ਭ੍ਰਸ਼ਟਾਚਾਰੀ ਜਿਹੜਾ ਹੈਗਾ ਉਹ ਬਖਸ਼ਿਆ ਨਹੀਂ ਜਾਏਗਾ ਜੀ। ਮਤਲਬ ਅਸੀਂ ਮਲਹੋਤਰਾ ਜੀ ਇਹ ਉਮੀਦ ਲਾ ਸਕਦੇ ਹਾਂ ਕਿ 5 ਸਾਲ ਬਾਅਦ ਘੱਟ ਤੋਂ ਘੱਟ ਚਾਹੇ ਸਰਕਾਰ ਰਵੇ ਤੇ ਚਾਹੇ ਕੋਈ ਹੋਰ ਆਵੇ, ਇਹ ਤਾਂ ਨਹੀਂ ਇਲਜ਼ਾਮ ਲਾਊਗਾ ਵੀ ਖਜ਼ਾਨਾ ਖਾਲੀ ਹੈ, ਨਾ ਤਾਂ ਇਹ ਕੋਈ ਆਉਣ ਵਾਲਾ ਕਹਿ ਸਕਦਾ ਵੀ ਖਜ਼ਾਨਾ ਖਾਲੀ ਕਰਕੇ ਗਏ ਨੇ, ਤੇ ਨਾ ਇਹ ਸਰਕਾਰ ਕਹਿ ਸਕਦੀ ਹੈ ਕਿ ਹਾਂ ਹੁਣ ਖਜ਼ਾਨਾ ਖਾਲੀ ਨਹੀਂ, ਹੁਣ ਖਜ਼ਾਨਾ ਭਰਿਆ, ਕਿਉਂਕਿ ਸਰਕਾਰ ਤੁਹਾਡੇ ਹੱਥ ਹੈ। ਹਾਲੇ ਤੱਕ ਪੰਜਾਬੀਆਂ ਨੇ ਸਰਕਾਰ ਚਾਹੇ ਨਵੀਂ ਆਏ ਚਾਹੇ ਰਿਪੀਟ ਕਰੇ, ਉਹਨਾਂ ਨੇ ਇੱਕ ਇਹ ਲਾਈਨ ਜ਼ਰੂਰ ਸੁਣਦੇ ਰਹੇ ਆ ਕਿ ਖਜ਼ਾਨਾ ਖਾਲੀ ਹੈ, ਕਿੱਥੇ ਜਾਈਏ, ਖਜ਼ਾਨਾ ਖਾਲੀ ਹੈ। ਕਿ ਉਹ ਘੱਟ ਤੋਂ ਘੱਟ ਉਹ ਜਿਹੜਾ ਪੰਜਾਬ ਫਾਈਨੈਂਸ ਮਿਨਿਸਟਰ ਦਾ ਜਿਹੜਾ ਉਹ ਡਾਇਲੋਗ ਹੈ, ਉਹ ਲਾਈਨ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਸ਼ਾਇਦ ਉਹ ਲਾਈਨ ਹੁਣ ਖਤਮ ਕਰ ਦੇਗੀ, ਉਸ ਨੂੰ ਉਹ ਰਿਵਾਜ ਖਤਮ ਕਰੇਗੀ?
ਮੇਰੇ ਖਿਆਲ ਨਾਲ ਉਹ ਜਿਹੜੀ ਲਾਈਨ ਹੈਗੀ ਹੈ ਉਹ ਹੁਣ ਅਤੀਤ ਦੀ ਗੱਲ ਹੋ ਗਈ ਹੈ। ਹੂੰ ਜਦ ਤੱਕ ਆਮ ਆਦਮੀ ਪਾਰਟੀ ਸੱਤਾ ਵਿੱਚ ਰਹੇਗੀ ਤੁਹਾਨੂੰ ਇਹ ਗੱਲ ਸੁਣਨ ਨੂੰ ਨਹੀਂ ਮਿਲੇਗੀ। ਔਰ ਇਸ ਦਾ ਸਬੂਤ ਤੁਸੀਂ ਪਿਛਲੇ 8 ਮਹੀਨੇ 'ਚ ਦੇਖ ਹੀ ਲਿਆ ਹੈਗਾ ਕਿ ਅਸੀਂ ਕੋਈ ਫालतू ਐਕਸਟਰਾ ਟੈਕਸ ਨਹੀਂ ਲਾਇਆ, ਕੋਈ ਨਵਾਂ ਟੈਕਸ ਨਹੀਂ ਲਗਾਇਆ, ਔਰ ਕਿਧਰੋਂ ਵੀ ਅਸੀਂ ਜਿਹੜੀ ਐਕਸਪੈਂਡੀਚਰ ਹੈ ਉਹ ਘੱਟ ਨਹੀਂ ਕੀਤਾ, ਪਰ ਉਸ ਦੇ ਨਹੀਂ ਬਾਵਜੂਦ ਮਲਹੋਤਰਾ ਜੀ, ਮੈਨੂੰ ਲੱਗਦਾ ਕਿ ਟੈਕਸ ਨਾਲ ਦਿੱਕਤ ਨਹੀਂ ਹੈਗੀ, ਟੈਕਸ ਪੰਜਾਬੀ ਵੀ ਦੇ ਸਕਦਾ ਹੈ। ਜੀ ਜਿਹੜਾ ਖਜ਼ਾਨਾ ਇੱਥੇ ਖਾਲੀ ਹੁੰਦਾ ਹੈ, ਉਹ ਖਜ਼ਾਨਾ ਖਾਲੀ ਆ ਸਭ ਚੀਜ਼ਾਂ ਨਾਲ ਹੀ ਹੋ ਰਿਹਾ, ਕਿਉਂਕਿ ਮੇਰੀ ਜਿਹੜਾ ਸਰਕਾਰ ਪਿੱਛੇ ਕੰਮ ਕਰਦੀ ਉਹ ਆਪਣੇ ਖਜ਼ਾਨੇ ਵਾਸਤੇ ਕਰਦੀ ਹੈ, ਪੰਜਾਬ ਦੇ ਖਜ਼ਾਨੇ ਵਾਲੇ ਪਾਸੇ ਤਾਂ ਗੌਰ ਹੀ ਨਹੀਂ ਕਰਦੀ, ਕਿਉਂਕਿ ਇੱਥੋਂ ਦਾ ਖਜ਼ਾਨਾ ਕੱਢ ਕੇ ਆਪਦਾ ਭਰਦੇ ਨੇ। ਮੇਰੀ ਬੇਨਤੀ ਹੈ, ਮੇਰੀ ਗੱਲ ਸੁਣ ਲਓ ਕਿ ਦੇਖੋ ਉਹੀ ਖਜ਼ਾਨਾ ਸੀ ਨਾ, ਉਸੇ ਵਿੱਚੋਂ ਹੀ ਮੁਫਤ ਬਿਜਲੀ ਦੇਤੀ ਇਸ ਸਰਕਾਰ ਨੇ, ਉਸੇ ਵਿੱਚੋਂ ਹੀ ਕਿਸਾਨਾਂ ਦਾ ਬਕਾਇਆ ਚੁਕਾਤਾ ਇਸ ਸਰਕਾਰ ਨੇ, ਉਸੇ ਵਿੱਚੋਂ ਹੀ 20,000 ਨੌਕਰੀਆਂ ਦੇਤੀਆਂ, ਉਸੇ ਵਿੱਚੋਂ ਹੀ 35,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੇ ਹੈਗੇ ਆ। ਸੋ ਕਿੰਨਾ ਕੁਝ ਹੋ ਰਿਹਾ ਪੰਜਾਬ ਵਿੱਚ। ਸਿਹਤ ਸੁਵਿਧਾਵਾਂ ਦੇਖੋ ਤੁਸੀਂ, ਬਹੁਤ ਜ਼ਿਆਦਾ ਫਰਕ ਹੈਗਾ। 117 ਕਲੀਨਿਕ ਅਸੀਂ ਖੋਲੇ ਸੀ, 500 ਹੋਰ ਖੋਲਣ ਜਾ ਰਹੇ ਹਾਂ, ਔਰ ਤੁਸੀਂ ਦੇਖੋ ਕਿ ਸਾਰੇ ਹਸਪਤਾਲਾਂ ਵਿੱਚ ਕੰਮ ਕਰਨ ਦਾ ਤਰੀਕਾ ਹੀ ਬਦਲ ਗਿਆ ਹੈਗਾ। ਜਿਹੜਾ ਪਹਿਲਾਂ ਸਾਡੇ ਕੋਈ ਮਰੀਜ਼ ਜਾਂਦੇ ਸੀ, ਲੋਕਾਂ ਦੀਆਂ ਜੇਬਾਂ ਖਾਲੀ ਹੋ ਜਾਂਦੀਆਂ ਸੀ, ਹੁਣ ਜ਼ਿਆਦਾ ਤੋਂ ਜ਼ਿਆਦਾ ਦਵਾਈਆਂ ਤੇ ਟੈਸਟ ਉਹਨਾਂ ਦੇ ਉੱਥੇ ਹੀ ਹੋ ਰਹੇ ਹੈਗੇ। ਸੋ ਇਹ ਸਿਰਫ ਤੇ ਸਿਰਫ ਇਮਾਨਦਾਰੀ ਦਾ ਫਰਕ ਪਿਆ ਹੈਗਾ। ਤੁਸੀਂ ਦੇਖੋ ਦਿੱਲੀ ਵਿੱਚ ਵੀ ਅਸੀਂ ਕੋਈ ਉੱਥੇ ਐਡੀਸ਼ਨਲ ਟੈਕਸ ਨਹੀਂ ਲਗਾਇਆ, ਉਸ ਦੇ ਬਾਵਜੂਦ ਇੰਨੀਆਂ ਸਹੂਲਤਾਂ ਦਿੱਤੀਆਂ, ਔਰ ਇੰਨੀਆਂ ਸਹੂਲਤਾਂ ਦੇਣ ਦੇ ਬਾਵਜੂਦ ਉੱਥੇ ਦੀ ਜਿਹੜੀ ਸਰਕਾਰ ਹੈ ਉਹ ਹਮੇਸ਼ਾ ਸਰਪਲਸ ਬਜਟ ਵਿੱਚ ਰਹਿੰਦੀ ਹੈ, ਪ੍ਰੋਫਿਟ ਵਿੱਚ ਰਹਿੰਦੀ ਹੈਗੀ ਹੈ। ਸੋ ਇੱਥੇ ਵੀ ਅਸੀਂ ਤੁਸੀਂ ਦੇਖੋ ਕਿ ਪਿਛਲੇ ਪਹਿਲੇ 5 ਮਹੀਨੇ ਦੇ ਦੌਰਾਨ ਹੀ ਅਸੀਂ ਕਰੀਬ 6,000 ਦਾ ਤਾਂ ਜਿਹੜਾ ਇੰਟਰਸਟ ਹੈਗਾ ਕਰਜ਼ੇ ਦਾ ਉਹ ਉਤਾਰਤਾ ਹੈ, ਔਰ 6350 ਕਰੋੜ ਦਾ 6,000 ਕਰੋੜ ਦਾ ਅਸੀਂ ਇੰਟਰਸਟ ਉਤਾਰਤਾ ਹੈ, ਔਰ 6350 ਕਰੋੜ ਦਾ ਅਸੀਂ ਜਿਹੜਾ ਉਹ ਮੂਹਰ ਉਤਾਰਿਆ ਹੈਗਾ। ਸੋ ਇਹ ਤਾਂ ਹੀ ਪੋਸੀਬਲ ਹੋਇਆ ਕਿਉਂਕਿ ਕਰਪਸ਼ਨ ਨਹੀਂ ਹੋ ਰਹੀ, ਲੋਕਾਂ ਦਾ ਪੈਸਾ ਜਿਹੜਾ ਉਹ ਸਹੀ ਜਗ੍ਹਾ ਤੇ ਇਸਤੇਮਾਲ ਹੋ ਰਿਹਾ, ਖਜ਼ਾਨਾ ਬਚ ਰਿਹਾ ਹੈਗਾ, ਪੈਸਾ ਬਚ ਰਿਹਾ ਹੈ ਤੇ ਉਹ ਲੋਕਾਂ ਤੇ ਹੀ ਖਰਚ ਹੋ ਰਿਹਾ। ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਹਰ ਸਾਲ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਖਜ਼ਾਨਾ ਉਹ ਸਰਪਲਸ ਵਿੱਚ ਰਹੇਗਾ, ਵਾਧੇ ਦਾ ਬਜਟ ਰਹੇਗਾ, ਕਦੀ ਵੀ ਤੁਹਾਨੂੰ ਘਾਟੇ ਦਾ ਨਹੀਂ ਮਿਲੇਗਾ, ਔਰ ਜਿਹੜਾ ਕਰਜ਼ਾ ਚੜਿਆ ਹੋਇਆ ਉਹ ਤੁਹਾਨੂੰ 5 ਸਾਲ ਤੋਂ ਬਾਅਦ ਘਟਿਆ ਹੋਇਆ ਨਜ਼ਰ ਆਏਗਾ। ਮਲਹੋਤਰਾ ਜੀ, ਲੱਗਦਾ ਕਿ ਹੁਣ ਆ ਜਿਹੜੀ 8 ਮਹੀਨੇ 7 ਮਹੀਨੇ ਦੀ ਸਰਕਾਰ ਤੇ ਦਿੱਲੀ ਵਾਲੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦਾ, ਹਿਮਾਚਲ 'ਚ ਚੋਣਾਂ ਹੋ ਹਟੀਆਂ ਨੇ ਕਿ ਉੱਥੇ ਪੇਟੀ ਦੇ ਵਿੱਚ ਜਿਹੜੇ ਲੋਕਾਂ ਨੇ ਆਪਦਾ ਜਿਹੜਾ ਫਤਵਾ ਬੰਦ ਕਰ ਦਿੱਤਾ ਹੈ, ਫਤਵਾ ਜਾਰੀ ਕੀਤਾ, ਜਿੰਦਾ ਆਪਾਂ ਨੂੰ 8 ਤਰੀਕ ਨੂੰ ਪਤਾ ਲੱਗ ਜਾਣਾ। ਕੀ ਲੱਗਦਾ ਕਿ ਉੱਥੇ ਹਿਮਾਚਲ ਦੇ ਵਿੱਚ ਤੇ ਗੁਜਰਾਤ 'ਚ ਲੋਕੀ ਵਾਕਈ ਆਮ ਆਦਮੀ ਪਾਰਟੀ ਨੂੰ ਬਹੁਤ ਵਾਧਾ ਹੋਣ ਵਾਲਾ ਉਸ 'ਚ? ਦੇਖੋ, ਆਮ ਆਦਮੀ ਪਾਰਟੀ ਦੀ ਜਿਹੜੀ ਛਵੀ ਹੈਗੀ ਹੈ ਲੋਕਾਂ ਦੀ ਨਜ਼ਰ ਵਿੱਚ ਬਹੁਤ ਅੱਛੀ ਹੈਗੀ ਹੈ। ਦਿੱਲੀ ਵਿੱਚ ਜਿਹੜੇ ਕੰਮ ਹੋਏ ਆ ਜਾਂ ਪੰਜਾਬ ਵਿੱਚ ਜਿਹੜੇ ਕੰਮ ਹੋਏ ਆ ਉਸ ਤੋਂ ਸਾਰਾ ਦੇਸ਼ ਪ੍ਰਭਾਵਿਤ ਹੈਗਾ। ਪਰ ਮੈਂ ਸਮਝਦਾ ਕਿ ਇਹ ਜਿਹੜੀਆਂ ਚੋਣਾਂ ਹੋਈਆਂ ਨੇ ਜਾਂ ਅੱਗੇ ਜਿਹੜੀਆਂ ਗੁਜਰਾਤ ਵਿੱਚ ਹੋਣੀਆਂ ਨੇ, ਸਾਨੂੰ ਗੁਜਰਾਤ ਤੋਂ ਜ਼ਿਆਦਾ ਉਮੀਦ ਹੈਗੀ ਹੈ। ਔਰ ਜਿਹੜੇ ਸਰਵੇਜ਼ ਆ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਮੋਸਟ ਲਾਈਕਲੀ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਔਰ ਕਿਉਂਕਿ ਸਾਡੀ ਦੇਖੋ ਨਵੀਂ ਪਾਰਟੀ ਹੈ, ਸਾਡੇ ਕੋਲ ਰਿਸੋਰਸਿਸ ਨਹੀਂ ਹੈ, ਸਾਡੇ ਕੋਲ ਕਾਂਗਰਸ ਔਰ ਭਾਜਪਾ ਦੀ ਤਰ੍ਹਾਂ ਪੈਸਾ ਨਹੀਂ ਹੈਗਾ। ਸੋ ਸਾਡੀ ਪਾਰਟੀ ਨੇ ਇਸ ਵਾਰੀ ਇੱਕ ਇਹ ਸਟ੍ਰੈਟੇਜਿਕ ਡਿਸੀਜਨ ਲਿੱਤਾ ਕਿ ਬਈ 2 ਸਟੇਟਸ ਦੇ ਉੱਤੇ ਆਪਣੀ ਜਿਹੜੀ એનર્ਜੀ ਹੈ ਉਹ ਖਰਚ ਕਰਨ ਦੀ ਥਾਂ ਇੱਕੋ ਥਾਂ ਲਾਈ ਜਾਏ, ਔਰ ਉਹਨਾਂ ਨੇ ਗੁਜਰਾਤ ਚੁਣਿਆ ਔਰ ਉੱਥੇ ਜ਼ੋਰ ਲਗਾ ਰਹੇ ਹੈਗੇ ਹੈ, ਔਰ ਉੱਥੋਂ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਅੱਛੇ ਰਿਜ਼ਲਟਸ ਦੇਖਣ ਨੂੰ ਮਿਲਣਗੇ। ਔਰ ਹੋ ਸਕਦਾ ਹੈ ਹਿਮਾਚਲ ਵਿੱਚ ਵੀ, ਕਿਉਂਕਿ ਉੱਥੇ ਵੀ ਸਾਰੀ ਪੜ੍ਹੀ ਲਿਖੀ ਜਨਤਾ ਹੈਗੀ ਹੈ, ਸਭ ਆਪਣਾ ਭਲਾ ਬੁਰਾ ਜਾਣਦੇ ਹੈ, ਉੱਥੇ ਵੀ ਕੁਝ ਸਾਨੂੰ ਚੰਗੀਆਂ ਸਰਪ੍ਰਾਈਜ਼ਸ ਦੇਖਣ ਨੂੰ ਮਿਲ ਸਕਦੀ। ਪਰ ਮਲਹੋਤਰਾ ਜੀ ਦਾ ਗੱਲ ਮੰਨੀ ਹੈ, ਦੇਖੋ ਹੋ ਸਕਦਾ ਹੈ, ਪਰ ਹਿਮਾਚਲ ਦੇ ਜਿਵੇਂ ਤਰੀਕੇ ਨਾਲ ਚੋਣ ਪ੍ਰਚਾਰ ਹੋਇਆ ਤੇ ਜੋ ਗੁਜਰਾਤ 'ਚ ਚੋਣ ਪ੍ਰਚਾਰ ਹੋ ਰਿਹਾ, ਫਰਕ ਬਹੁਤ ਹੈ ਦੋਨਾਂ ਚੀਜ਼ਾਂ 'ਚ। ਗੁਜਰਾਤ ਦੇ ਵਿੱਚ ਵਾਕਈ ਲੱਗਦਾ ਵੀ ਹੈ ਕਿ ਆਮ ਆਦਮੀ ਪਾਰਟੀ ਬੜੀ ਸ਼ਿੱਦਤ ਦੇ ਨਾਲ ਉੱਥੇ ਪ੍ਰਚਾਰ ਕਰ ਰਹੀ ਹੈ, ਧੜਾ-ਧੜ ਰੈਲੀਆਂ ਹੋ ਰਹੀਆਂ ਨੇ, ਚਾਹੇ ਮਾਨ ਸਾਹਿਬ ਹੋਣ, ਮਨੀਸ਼ ਸਿਸੋਦੀਆ ਜੀ ਹੋਣ, ਅਰਵਿੰਦ ਕੇਜਰੀਵਾਲ ਜੀ ਹੋਣ, ਦੋਨੋਂ ਸੂਬਿਆਂ ਦੀ ਕੈਬਨਿਟ ਸਾਰੀ ਉੱਥੇ ਬੈਠੀ ਹੈ, ਸਾਰੇ ਐਮਐਲਏ ਉੱਥੇ ਬੈਠੇ ਨੇ। ਉਹ ਟੀਚਾ ਮਿੱਥਿਆ ਹੋਇਆ ਲੱਗਦਾ ਤੇ ਉੱਥੇ ਵਾਕਈ ਲੱਗਦਾ ਕਿ ਜੋ ਤਸਵੀਰਾਂ ਵੀ ਦੇਖਦੇ ਆ, ਤਸਵੀਰਾਂ 'ਚ ਤਾਂ ਇਹ ਲੱਗਦਾ ਕਿ ਵਾਕਈ ਹੁੰਗਾਰਾ ਮਿਲ ਰਿਹਾ ਲੋਕਾਂ ਨੂੰ। ਖੈਰ ਉਹ ਹੁਣ ਤੁਸੀਂ ਜ਼ਿਆਦਾ ਬਿਹਤਰ ਜਾਣਦੇ ਹੋ, ਕਿਉਂਕਿ ਸਰਵੇ ਹਰੇਕ ਪਾਰਟੀ ਨੂੰ ਆਪਦਾ ਸਰਵੇ ਪਤਾ ਲੱਗ ਜਾਂਦਾ ਵੀ ਅਸੀਂ ਕਿੱਥੇ ਸਟੈਂਡ ਕਰ ਰਹੇ ਹਾਂ ਤੇ ਅਸੀਂ ਕਿੱਥੇ ਖੜੇ ਹਾਂ। ਤੇ ਉਮੀਦ ਇਹ ਕਰ ਸਕਦੇ ਹਾਂ ਕਿ ਉੱਥੇ ਚਲੋ ਜੇ ਸਰਕਾਰ 'ਚ ਨਾ ਆਏ ਤਾਂ ਵਿਰੋਧੀ ਪਾਰਟੀ ਵਾਲੇ ਪਾਸੋਂ ਵੀ ਆਮ ਆਦਮੀ ਪਾਰਟੀ ਨੂੰ ਉੱਥੇ ਇੰਨਾ ਹੁੰਗਾਰਾ ਮਿਲ ਰਿਹਾ। ਪੰਜਾਬੀਆਂ ਵਾਸਤੇ ਇਹ ਜ਼ਰੂਰ ਦੱਸਿਆ ਗਿਆ। ਬਿਲਕੁਲ ਬਿਲਕੁਲ, ਦੇਖੋ ਮੈਂ ਪਿਛਲੇ 2 ਮਹੀਨਿਆਂ 'ਚ 2 ਵਾਰੀ ਗੁਜਰਾਤ ਹੋ ਕੇ ਆਇਆ, ਔਰ ਮੇਰੀ ਟੀਮ ਨੇ 100 ਤੋਂ ਉੱਪਰ ਪਿੰਡ ਜਿਹੜੇ ਆ ਉੱਥੇ ਦੇ ਕਵਰ ਕੀਤੇ ਹੈਗੇ ਆ। 50 ਤੋਂ ਉੱਪਰ ਪਿੰਡਾਂ ਵਿੱਚ ਮੈਂ ਆਪ ਫਿਰਿਆ ਹੈਗਾ। ਸੋ ਬਹੁਤ ਪੋਜ਼ਿਟਿਵ ਰਿਸਪੌਂਸ ਉੱਥੇ ਹੈਗਾ, ਔਰ ਸਾਨੂੰ ਪੂਰੀ ਉਮੀਦ ਹੈ
ਕਿ ਇਸ ਵਾਰੀ ਸਰਕਾਰ ਸਾਡੀ ਬਣੇਗੀ, ਔਰ ਹੁਣ ਜੇ ਰੱਬ ਨੇ ਕੀਤਾ ਕਿ ਵੀ ਸਰਕਾਰ ਨਾ ਬਣੀ ਤਾਂ ਇੱਕ ਮਜ਼ਬੂਤ ਵਿਰੋਧੀ ਧਿਰ ਦੇ ਤੌਰ ਤੇ ਆਮ ਆਦਮੀ ਪਾਰਟੀ ਉੱਥੇ ਜ਼ਰੂਰ ਉਭਰੇਗੀ ਜੀ। ਮਨੋਤਰਾ ਜੀ, ਲੱਗਦਾ ਨਹੀਂ ਕਿ ਜਿਵੇਂ ਇੱਥੇ ਕਾਂਗਰਸਾਂ ਦੇ ਖਿਲਾਫ ਆਪਾਂ ਕਾਰਵਾਈ ਕਰ ਰਹੇ ਹਾਂ, ਜੋ ਕੁਝ ਹੋ ਰਿਹਾ, ਤੇ ਹਾਲਾਂਕਿ ਚਲੋ ਭਾਰਤ ਭੂਸ਼ਣ ਆਸ਼ੂ ਜੀ ਦਾ ਜਿਵੇਂ ਹੋਇਆ, ਤੇ ਇਹ ਸਭ ਆਧਾਰ ਬਣਾ ਕੇ, ਕਿਉਂਕਿ ਆਮ ਆਦਮੀ ਪਾਰਟੀ ਚਾਹੇ ਗੁਜਰਾਤ ਹੈ ਚਾਹੇ ਹਿਮਾਚਲ ਚ ਹੈ, ਜਿਹੜਾ ਕਾਂਗਰਸ ਦਾ ਵੋਟ ਹੈ, ਇੱਕ ਬਹੁਤ ਵੱਡਾ ਵੈਕਿਊਮ ਕ੍ਰੀਏਟ ਹੋਇਆ ਵਾ ਕਿ ਉਹ ਸਾਰਾ ਵੋਟ ਬੈਂਕ ਜ਼ਿਆਦਾ ਤੋਂ ਜ਼ਿਆਦਾ ਉਹਦੇ ਤੇ ਫੋਕਸ ਕੀਤਾ ਜਾਂਦਾ ਹੈ ਕਿ ਇਹ ਵੋਟ ਬੈਂਕ ਦੇ ਵਿੱਚ ਹੀ ਹੈ ਜਿੱਥੇ ਸੇਂਧਮਾਰੀ ਆਸਾਨੀ ਨਾਲ ਪੈ ਸਕਦੀ ਹੈ, ਤੇ ਉਹ ਵੋਟ ਬੈਂਕ ਆਮ ਆਦਮੀ ਪਾਰਟੀ ਨੂੰ ਆਪਦੀ ਨੈਕਸਟ ਆਪਸ਼ਨ ਦੇਖਣ ਲੱਗ ਜਾਂਦਾ, ਕਿਉਂਕਿ ਉਹ ਜਿਹੜਾ ਕਾਂਗਰਸੀ ਹੈ, ਕਾਂਗਰਸੀ ਵਰਕਰ ਸਮਝ ਲਈਏ, ਉਹ ਸਾਰਾ ਕੁਝ ਉਹਨੂੰ ਉਹ ਸਭ ਚੀਜ਼ਾਂ ਦਿਖਣ ਲੱਗ ਜਾਂਦੀਆਂ ਕਿ ਹਾਂ। ਤੇ ਦੂਜਾ ਐਂਟੀ ਇਨਕੰਬੈਂਸੀ ਵਾਲਾ, ਉਹ ਕਹਿੰਦਾ ਵੀ ਹੁਣ ਹੋਰ ਜਾਈਏ ਕਿੱਥੇ। ਕਾਂਗਰਸੀਆਂ ਦਾ ਹਾਲ ਅਸੀਂ ਪੰਜਾਬ 'ਚ ਵੀ ਦੇਖ ਲਿਆ, ਬਾਕੀ ਪਾਸੇ ਦੇਖਦਾ, ਤੇ ਉਹਨਾਂ ਨੂੰ ਇੱਕੋ ਹੀ ਧਰ ਦਿਖਦੀ ਹੈ ਕਿ ਹਾਂ ਆਮ ਆਦਮੀ ਪਾਰਟੀ। ਤਾਂ ਕਰਕੇ ਤਾਂ ਨਹੀਂ ਕਿਤੇ, ਜਿਸ ਦਾ ਮੈਂ ਜ਼ਿਕਰ ਕੀਤਾ ਕਿ ਹਲੇ 2017 ਤੋਂ ਬਾਅਦ ਵਾਲੀਆਂ ਫਾਈਲਾਂ ਗੁਜਰਾਤ ਚੋਣਾਂ ਤੋਂ ਬਾਅਦ ਤੁਸੀਂ ਸ਼ਾਇਦ ਹੱਥ ਲਾਓ। ਨਹੀਂ, ਦੇਖੋ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਅਸੀਂ ਕਿਸੇ ਪਾਰਟਿਕੂਲਰ ਪਾਰਟੀ ਨੂੰ ਟਾਰਗੇਟ ਕਰਕੇ ਇਲੈਕਸ਼ਨ ਨਹੀਂ ਲੜਦੇ। ਸਾਡਾ ਤਾਂ ਆਪਣਾ ਏਜੰਡਾ ਹੈਗਾ ਕਿ ਦੇਸ਼ ਦੇ ਲੋਕਾਂ ਨੂੰ, ਚਾਹੇ ਉਹ ਕੋਈ ਵੀ ਨੇ, ਉਹਨਾਂ ਨੂੰ ਚੰਗਾ ਜੀਵਨ ਦੇਣਾ ਹੈ, ਇੱਕ ਇਮਾਨਦਾਰ ਵਿਵਸਥਾ ਸਥਾਪਿਤ ਕਰਨੀ ਹੈ ਜਿਸ ਦੇ ਨਾਲ ਦੇਸ਼ ਦਾ ਪੈਸਾ ਲੁੱਟਿਆ ਨਾ ਜਾਵੇ, ਦੇਸ਼ ਦੇ ਲੋਕਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣ, ਉਹਨਾਂ ਨੂੰ ਚੰਗੀ ਸਿੱਖਿਆ ਮਿਲੇ, ਉਹਨਾਂ ਨੂੰ ਚੰਗੇ ਸਿਹਤ ਸੁਵਿਧਾਵਾਂ ਮਿਲਣ, ਰੋਜ਼ਗਾਰ ਮਿਲਣ, ਚੰਗੀ ਪੈਨਸ਼ਨ ਮਿਲੇ, ਹੋਰ ਜਿਹੜੀਆਂ ਇੱਕ ਵਿਕਸਿਤ ਦੇਸ਼ ਦੇ ਵਿੱਚ ਲੋਕਾਂ ਨੂੰ ਸੁਵਿਧਾਵਾਂ ਮਿਲਦੀਆਂ ਨੇ ਉਹ ਮਿਲਣ। ਅਸੀਂ ਤਾਂ ਸਿਰਫ ਆਪਣਾ ਇਹ ਏਜੰਡਾ ਲੈ ਕੇ ਚੱਲਦੇ ਹਾਂ। ਕਿਹੜੀ ਪਾਰਟੀ ਨੂੰ ਟਾਰਗੇਟ ਕਰਨਾ, ਕਿਹੜੀ ਨੂੰ ਨਹੀਂ ਕਰਨਾ, ਉਹ ਸਾਡੇ ਦਿਮਾਗ ਵਿੱਚ ਨਹੀਂ ਹੁੰਦਾ, ਔਰ ਨਾ ਹੀ ਕਿਸੇ ਪਾਰਟੀ ਨੂੰ ਕੋਈ ਸਪੈਸੀਫਿਕ ਟਾਰਗੇਟ ਬਣਾ ਕੇ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਦੇ ਹਾਂ। ਉਹ ਤਾਂ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈਗਾ। ਜਿਸ ਤਰ੍ਹਾਂ ਨਾਰਮਲ ਕੋਰਸ ਵਿੱਚ ਕੋਈ ਘੁਟਾਲੇ ਸਾਹਮਣੇ ਆਉਂਦੇ ਹੈਗੇ ਹਨ, ਉਸ ਤਰ੍ਹਾਂ ਹੀ ਉਹਨਾਂ ਤੇ ਕਾਰਵਾਈ ਹੁੰਦੀ ਹੈ। ਅਸੀਂ ਕਿਸੇ ਨੂੰ ਪਾਰਟਿਕੂਲਰਲੀ ਟਾਰਗੇਟ ਨਹੀਂ ਕਰਦੇ। ਮਲਹੋਤਰਾ ਜੀ, ਪੰਜਾਬ 'ਚ ਲਾਅ ਐਂਡ ਆਰਡਰ ਨੂੰ ਲੈ ਕੇ ਉਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਕਿਉਂਕਿ ਸਵਾਲ ਵਾਰੀ ਖੜੇ ਹੁੰਦੇ ਨੇ ਕਿ ਨਸ਼ਾ ਪਹਿਲਾਂ ਨਾਲੋਂ ਜ਼ਿਆਦਾ ਵਿਕ ਰਿਹਾ। ਹੋ ਸਕਦਾ ਕਿ ਨਸ਼ੇ ਦਾ ਖਬਰਾਂ ਜ਼ਿਆਦਾ ਆ ਰਹੀਆਂ ਹੋਣ, ਪਹਿਲਾਂ ਖਬਰਾਂ ਘੱਟ ਆਉਂਦੀਆਂ ਹੋਣ, ਪਰ ਇਹ ਗੱਲ ਮੰਨਣ ਵਾਲੀ ਹੈ ਕਿ ਵਾਕਈ ਨਸ਼ੇ ਦੀ ਅਵੇਲੇਬਿਲਿਟੀ ਸ਼ਾਇਦ ਬਹੁਤ ਜ਼ਿਆਦਾ ਹੋ ਗਈ ਹੈ। ਹਰ ਗਲੀ ਦੇ ਵਿੱਚ ਕੋਨੇ ਤੇ ਕਿਤੇ ਨਾ ਕਿਤੇ ਨਸ਼ਾ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ। ਇੱਥੇ ਕਿੰਨਾ ਕੁ ਫੇਲੀਅਰ ਤੁਸੀਂ ਸਮਝਦੇ ਹੋ ਕਿ ਵਾਕਈ ਉਸ ਤਰੀਕੇ ਨਾਲ ਚੀਜ਼ਾਂ ਜਿਸ ਤਰੀਕੇ ਨਾਲ ਦੇਖੀਆਂ ਜਾ ਰਹੀਆਂ ਨੇ, ਕਿ ਹਕੀਕਤ ਦੇ ਵਿੱਚ ਵੀ ਉਵੇਂ ਹੈਗਾ? ਕਿਉਂਕਿ ਲਾਅ ਐਂਡ ਆਰਡਰ ਨੂੰ ਲੈ ਕੇ ਆਪਾਂ ਚਾਹੇ ਲੁੱਟ ਖੋਹ ਦੀ ਗੱਲ ਕਰ ਲਈਏ, ਕਿਸੇ ਵੀ ਤਰੀਕੇ ਨਾਲ ਦੇਖੋ ਕਿ ਉੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸਵਾਲਾਂ ਦੇ ਘੇਰੇ 'ਚ ਆਉਂਦੀ ਹੈ ਜੀ। ਸੁਰਿੰਦਰ ਜੀ, ਦੇਖੋ, ਸਾਡੀ ਪਾਰਟੀ ਇੱਕ ਇਸਟੈਬਲਿਸ਼ਡ ਸਿਸਟਮ ਨੂੰ ਬਦਲਣ ਦੀ ਗੱਲ ਕਰ ਰਹੀ ਹੈ, ਕੋਸ਼ਿਸ਼ ਕਰ ਰਹੀ ਹੈਗੀ। ਤੇ ਜਦੋਂ ਆਪਾਂ ਕਿਸੇ ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜੀਆਂ ਤਾਕਤਾਂ ਹੈਗੀਆਂ, ਉਹਨਾਂ ਦੇ ਇੰਟਰਸਟ ਜਿਹੜੇ ਆ ਉਹ ਉਹਨਾਂ ਨੂੰ ਚੋਟ ਪਹੁੰਚਦੀ ਹੈ। ਤਾਂ ਉਹ ਸਾਰੀਆਂ ਤਾਕਤਾਂ ਜਿਹੜੀਆਂ, ਉਹ ਨਵੀਂ ਜਿਹੜੀ ਤਾਕਤ ਹੈਗੀ ਹੈ, ਨਵੀਂ ਜਿਹੜੀ ਸਰਕਾਰ ਆ, ਉਸਦੇ ਖਿਲਾਫ ਕੰਮ ਕਰਦੀਆਂ ਹੈਗੀਆਂ। ਸੋ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਸਾਡੀਆਂ ਵਿਰੋਧੀ ਪਾਰਟੀਆਂ ਹੈਗੀਆਂ, ਉਹ ਸਾਰੀਆਂ ਦੀਆਂ ਸਾਰੀਆਂ ਇਕੱਠੀਆਂ ਹੋਈਆਂ ਪਈਆਂ, ਕਿਉਂਕਿ ਸਾਰੇ ਭ੍ਰਸ਼ਟ ਹੈਗੇ, ਠੀਕ ਹੈ ਨਾ। ਉਹ ਇੱਕ ਭ੍ਰਸ਼ਟ ਪਾਰਟੀਆਂ ਦਾ ਇੱਕ ਧਿਰ ਬਣ ਗਿਆ ਹੈ ਤੇ ਇਮਾਨਦਾਰ ਪਾਰਟੀ ਦਾ ਇੱਕ ਧਿਰ ਬਣ ਗਿਆ। ਉਹ ਸਾਰੀਆਂ ਇਕੱਠੀਆਂ ਹੋਈਆਂ ਪਈਆਂ। ਉਹਨਾਂ ਨੇ ਸਾਰੇ ਆਪਣੇ ਰਿਸੋਰਸਿਸ ਜਿਹੜੇ ਆ ਲਗਾਏ ਹੋਏ ਆ, ਪਲੱਸ ਸਿਸਟਮ ਦੇ ਵਿੱਚ ਜਿਹੜੇ ਉਹਨਾਂ ਦੇ ਸੈੱਲ ਫਿਟ ਕੀਤੇ ਹੋਏ ਆ, ਜਾਂ ਉਹਨਾਂ ਦੇ ਬੰਦੇ ਜਿਹੜੇ ਕੰਮ ਕਰ ਰਹੇ ਆ, ਉਹ ਉਹਨਾਂ ਦੇ ਨਾਲ ਕੰਮ ਕਰ ਰਹੇ ਆ। ਇਸ ਕਰਕੇ ਇਹ ਜਿਹੜੇ ਕਾਨੂੰਨ ਵਿਵਸਥਾ ਦੀਆਂ ਇੰਸੀਡੈਂਟਸ ਹੈਗੇ, ਇਹ ਜ਼ਿਆਦਾ ਉੱਭਰ ਕੇ ਸਾਹਮਣੇ ਆ ਰਹੇ ਹੈਗੇ। ਨਹੀਂ ਤਾਂ ਇਸ ਤਰ੍ਹਾਂ ਤਾਂ ਨਹੀਂ ਸੀ ਕਿ ਵੀ ਉਹਨਾਂ ਦੇ ਸਮੇਂ ਤੇ ਕੋਈ ਕਤਲ ਨਹੀਂ ਸੀ ਹੁੰਦੇ, ਜਾਂ ਕੋਈ ਹੋਰ ਕਾਰਵਾਈਆਂ ਨਹੀਂ ਸੀ ਹੁੰਦੀਆਂ, ਜਾਂ ਲੁੱਟ ਖੋਹਾਂ ਨਹੀਂ ਸੀ ਹੁੰਦੀਆਂ। ਤੁਸੀਂ ਦੇਖੋ ਕਿ ਬਈ ਹੁਣ ਪਿਛਲੀ ਸਰਕਾਰ ਦੇ ਸਮੇਂ ਕੀ ਵਿੱਕੀ ਮਿੱਡੂ ਖੇੜਾ ਦਾ ਕਤਲ ਨਹੀਂ ਸੀ ਹੋਇਆ, ਸਰਪੰਚ ਤਾਰਾ ਸਿੰਘ ਚੰਦ ਦਾ ਕਤਲ ਨਹੀਂ ਸੀ ਹੋਇਆ, ਮੌੜ ਬੰਬ ਬਲਾਸਟ ਨਹੀਂ ਸੀ ਹੋਇਆ, ਜਾਂ ਮਹਿੰਦਰਪਾਲ ਬਿੱਟੂ ਦਾ ਕਤਲ ਨਹੀਂ ਸੀ ਹੋਇਆ। 2 ਥਾਣੇਦਾਰਾਂ ਦਾ ਕਤਲ ਹੋਇਆ ਸੀਗਾ। ਇੱਕ ਥਾਣੇਦਾਰ ਨੂੰ ਤਾਂ ਵਰਦੀ ਵਿੱਚ ਅਕਾਲੀਆਂ ਦੇ ਅਹੁਦੇਦਾਰ ਨੇ ਸ਼ਰੇਆਮ ਗੋਲੀਆਂ ਮਾਰਤੀਆਂ, ਹੈ ਨਾ। ਬ੍ਰਿਗੇਡੀਅਰ ਗਗਨੇਜਾ ਦਾ ਕਤਲ ਹੋਇਆ, ਮਾਤਾ ਚੰਦ ਕੌਰ ਦਾ ਕਤਲ ਹੋਇਆ। ਸੋ ਇਹ ਪਹਿਲਾਂ ਹੁੰਦੇ ਰਹੇ ਨੇ, ਪਰ ਕਿਉਂਕਿ ਮੀਡੀਆ ਉਹਨਾਂ ਨਾਲ ਮਿਲਿਆ ਹੋਇਆ ਸੀ, ਉਹਨਾਂ ਦੀਆਂ ਜਿਹੜੀਆਂ ਨਾਕਾਮਯਾਬੀਆਂ ਸੀ ਉਹਨਾਂ ਨੂੰ ਉਜਾਗਰ ਘੱਟ ਕੀਤਾ ਜਾਂਦਾ ਸੀਗਾ। ਹੁਣ ਇਸ ਜਿਹੜੇ ਮੀਡੀਆ, ਤੁਹਾਨੂੰ ਪਤਾ ਹੈ ਕਿ ਇਸ ਟਾਈਮ ਆਮ ਆਦਮੀ ਪਾਰਟੀ ਦਾ ਕੰਟਰੋਲ ਨਹੀਂ ਹੈ, ਮੀਡੀਆ ਦੇ ਉੱਤੇ ਸਾਡੇ ਵਿਰੋਧੀਆਂ ਦਾ ਕੰਟਰੋਲ ਹੈਗਾ। ਸੋ ਮੀਡੀਆ ਵਿੱਚ ਵੀ ਉਹ ਚੀਜ਼ਾਂ ਜ਼ਿਆਦਾ ਉੱਭਰ ਕੇ ਆ ਰਹੀਆਂ ਨੇ, ਜ਼ਿਆਦਾ ਸਵਾਲ ਚੁੱਕੇ ਜਾ ਰਹੇ ਨੇ, ਔਰ ਵਿਰੋਧੀ ਪਾਰਟੀਆਂ ਵੀ ਇਕੱਠੀਆਂ ਹੋਈਆਂ ਪਈਆਂ ਨੇ। ਸੋ ਇਸ ਕਰਕੇ ਆਪਾਂ ਨੂੰ ਇਹ ਲੱਗਦਾ ਕਿ ਸ਼ਾਇਦ ਕਾਨੂੰਨ ਵਿਵਸਥਾ ਵਿੱਚ ਕੁਝ ਗੜਬੜ ਹੈ, ਪਰ ਪਹਿਲੇ ਨਾਲੋਂ ਜ਼ਿਆਦਾ ਅੱਛੀ ਹੈਗੀ ਹੈ। ਤੁਸੀਂ ਦੇਖੋ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ, ਉਸ ਤੋਂ ਬਾਅਦ ਅਕਤੂਬਰ ਤੱਕ ਕੋਈ ਇਨਸੀਡੈਂਟ ਨਹੀਂ ਸੀ ਹੋਇਆ। 5 ਮਹੀਨੇ ਪੂਰੀ ਸ਼ਾਂਤੀ ਰਹੀ ਸੀ। ਜਿਹੜੇ ਯਾਨੀ ਕਿ ਨਾਰਮਲ ਕ੍ਰਾਈਮਸ ਹੁੰਦੇ ਸੀ, ਉਹਨਾਂ ਤੇ ਵੀ ਬਹੁਤ ਵੱਡੀ ਰੋਕ ਲੱਗੀ ਸੀ। ਇਹ ਤਾਂ ਹੁਣ ਪਿਛਲੇ 2 ਹਫ਼ਤਿਆਂ ਵਿੱਚ 2 ਮਰਡਰਸ ਹੋਏ ਹੈਗੇ।
ਸੋ ਕਾਨੂੰਨ ਵਿਵਸਥਾ ਜਿਹੜੀ ਆ ਉਹ ਪਹਿਲੇ ਨਾਲੋਂ ਬੈਟਰ ਹੈਗੀ ਹੈ। ਜੇ ਆਪਾਂ ਅੰਕੜੇ ਚੁੱਕ ਲਈਏ ਤਾਂ ਵੀ ਵਿਲ ਸੀ ਕਿ ਵੀ ਅੰਕੜੇ ਜਿਹੜੇ ਆ ਉਹ ਸ਼ੋ ਕਰਦੇ ਕਿ ਹੁਣ ਜਿਹੜੀ ਵਿਵਸਥਾ ਹੈ ਉਹ ਬੈਟਰ ਹੈਗੀ ਹੈ। ਔਰ ਜਿੱਥੇ ਤੱਕ ਨਸ਼ੇ ਦਾ ਸਵਾਲ ਰਿਹਾ ਸਰ, ਹੁਣ ਤੁਸੀਂ ਦੇਖੋ ਕਿ ਵੀ ਪਹਿਲਾਂ ਤਾਂ ਜਿਹੜੀ ਦੇਸ਼ ਦੇ ਵਿੱਚ ਜਾਂ ਜਿਹੜੀ ਸਟੇਟ ਦੇ ਵਿੱਚ ਉੱਥੇ ਦਾ ਮਿਨਿਸਟਰ ਆਪਣੀ ਸਰਕਾਰੀ ਕੋਠੀ ਕਾਰ ਤੇ ਸਿਕਿਉਰਿਟੀ ਜਿਹੜੀ ਹੈ ਉਹ ਨਸ਼ਾ ਸਮਗਲਰਾਂ ਨੂੰ ਦਿੰਦਾ ਰਵੇ, ਤੇ ਉੱਥੇ ਕਿ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਉਸ ਸਟੇਟ ਵਿੱਚ ਨਸ਼ੇ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਕਿੰਨੀਆਂ ਡੂੰਘੀਆਂ ਚਲੀਆਂ ਗਈਆਂ ਹੋਣੀਆਂ। ਔਰ ਉਸ ਤੋਂ ਬਾਅਦ ਕਾਂਗਰਸੀਆਂ ਨੇ ਵੀ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ। ਬਸ ਇਹ ਹੋਇਆ ਕਿ ਵੀ ਪਹਿਲਾਂ ਜਿੱਥੇ ਅਕਾਲੀ ਪੰਚ ਸਰਪੰਚ ਨਸ਼ਾ ਵੇਚਦੇ ਸੀ ਉੱਥੇ ਕਾਂਗਰਸੀ ਵੇਚਣ ਲੱਗ ਗਏ। ਔਰ ਇਹਨਾਂ ਦਾ ਖਰਚਾ ਹੀ ਐਂ ਚੱਲਦਾ ਹੈਗਾ, ਕਿਉਂਕਿ ਅਦਰਵਾਈਜ਼ ਕੋਈ ਆਪਣੀ ਜੇਬੋਂ ਤੋਂ ਇਹ ਖਰਚ ਨਹੀਂ ਕਰਦੇ। ਇਹ ਤਾਂ ਜੇ ਪਾਰਟੀ ਨਾਲ ਜੁੜੇ ਨੇ ਜਾਂ ਕੋਈ ਦੌੜ ਭੱਜ ਕਰਦੇ ਨੇ, ਇਹ ਤਾਂ ਕਮਾਈਆਂ ਲਈ ਕਰਦੇ ਨੇ ਜਾਂ ਇਨਵੈਸਟਮੈਂਟ ਹੁੰਦੀ ਹੈ ਇਹਨਾਂ ਦੀ ਕਿ ਜੇ 100 ਰੁਪਇਆ ਲਾਇਆ ਤੇ 1000 ਰੁਪਇਆ ਇਹਨਾਂ ਨੇ ਕਮਾਉਣਾ, ਤਾਂ ਉਹ ਇਹੋ ਜਿਹੇ ਕੰਮਾਂ ਚੋਂ ਹੀ ਕਮਾਉਂਦੇ ਆ। ਸੋ ਇਹ ਜਿਹੜੀਆਂ ਸਮੱਸਿਆਵਾਂ ਜਾਂ ਨਸ਼ਾ ਵੀ ਹੈਗਾ ਜਾਂ ਜੋ ਵੀ ਹੁਣ ਬਾਹਰ ਆ ਰਿਹਾ, ਤੁਸੀਂ ਦੇਖੋ ਕਿ ਕੈਪਟਨ ਸਾਹਿਬ ਦੇ ਆਪਣੇ ਪਿੰਡ ਮਹਿਰਾਜ ਵਿੱਚ 2 ਸਕੇ ਭਰਾ ਜਿਹੜੇ ਹੈ ਇੱਕੋ ਦਿਨ ਨਸ਼ਿਆਂ ਦੀ ਭੇਟ ਚੜ੍ਹ ਗਏ। ਕਿੰਨਾ ਬੁਰਾ ਹਾਲ ਸੀਗਾ। ਸੋ ਇਹ ਚੀਜ਼ ਇਹ ਠੀਕ ਹੈ ਕਿ ਵੀ ਹਜੇ ਵੀ ਉਸ ਤੇ ਪੂਰੀ ਤਰ੍ਹਾਂ ਰੋਕ ਨਹੀਂ ਹੋ ਸਕੀ, ਚੱਲ ਰਿਹਾ ਹੈਗਾ, ਪਰ ਸਾਡੀ ਸਰਕਾਰ ਬਹੁਤ ਸੰਜੀਦਾ ਹੈਗੀ ਹੈ, ਬਹੁਤ ਸਖਤ ਕਾਰਵਾਈ ਹੋ ਰਹੀ ਹੈਗੀ ਹੈ। ਇਹਨਾਂ ਨੇ ਤਾਂ ਸਿਰਫ ਜਿਹੜੇ ਨਸ਼ੇੜੀ ਸੀ ਉਹਨਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਸੀਗਾ, ਜਿਹੜੇ ਅਸਲੀ ਵਪਾਰੀ ਸੀ ਉਹਨਾਂ ਨੂੰ ਫੜਦੇ ਹੀ ਨਹੀਂ ਸੀ, ਜਦ ਕਿ ਅਸੀਂ ਨਸ਼ੇੜੀਆਂ ਨੂੰ ਨਹੀਂ ਫੜ ਰਹੇ। ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਚੈਲੰਜ ਉਹ ਬਲੈਕ ਸ਼ੀਪਸ ਨਾਲ ਜ਼ਿਆਦਾ, ਉਹ ਜਿਹੜਾ ਸਰਕਾਰ ਬਲੈਕ ਸ਼ੀਪਸ ਨਾਲ ਨਜਿੱਠ ਰਹੀ ਹੈ। ਕਿਉਂਕਿ ਕੱਲ ਵੀ ਇੱਕ ਐਸਐਚਓ ਗ੍ਰਿਫਤਾਰ ਹੁੰਦਾ ਹੈ, ਤੁਸੀਂ ਦੇਖੋ ਐਸਐਚਓ ਲੁਧਿਆਣੇ ਦਾ, ਤੇ ਉਹ ਗ੍ਰਿਫਤਾਰ ਹੁੰਦਾ। ਹਾਂਜੀ, ਉਹ ਮਤਲਬ ਉਹ ਜਿਹੜੀ ਬਲੈਕ ਸ਼ਿਪਸ ਨੂੰ ਕਿਵੇਂ ਆਇਡੈਂਟੀਫਾਈ ਕਰ ਲੋਗੇ ਤੁਸੀਂ? ਉਹ ਤੁਹਾਨੂੰ ਨਹੀਂ ਲੱਗਦਾ ਕਿ ਉਹ ਨੰਬਰ ਆਫ ਬਲੈਕ ਸ਼ਿਪਸ ਦੀ ਤਾਦਾਦ ਇੰਨੀ ਵੱਧ ਗਈ ਹੈ ਪਿੱਛੇ ਦਹਾਕਿਆਂ 'ਚ ਕਿ ਹੁਣ ਜਿਹੜੇ ਇਮਾਨਦਾਰ ਜਿਹੜੇ ਲੋਕ ਨੇ, ਜਿਨ੍ਹਾਂ ਦਾ ਜ਼ਮੀਰ ਹੈ, ਜਿਹੜੇ ਵਾਕਈ ਪੰਜਾਬ ਨੂੰ ਰੰਗਲਾ ਦੇਖਣਾ ਚਾਹੁੰਦੇ ਨੇ, ਸ਼ਾਇਦ ਉਹਨਾਂ ਦੀ ਤਾਦਾਦ ਘਟ ਗਈ ਹੈ ਇਮਾਨਦਾਰੀ ਦੀ। ਤਾਂ ਬਲੈਕ ਸ਼ੀਪਸ ਨੇ ਉਹ ਇੰਨੀ ਕੁ ਜ਼ਬਰਦਸਤ ਅਪੋਜ਼ ਕਰ ਰਹੇ ਕਿ ਉਹ ਸਿਸਟਮ ਸਾਰਾ ਵਿਗੜਿਆ ਹੋਇਆ ਨਜ਼ਰ ਆ ਰਿਹਾ। ਹਾਂ, ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ ਕਿ ਇੰਨੇ ਜ਼ਿਆਦਾ ਇਹ ਬੇਈਮਾਨ ਲੋਕ ਹੈਗੇ ਨੇ ਕਿ ਹਰ ਰੋਜ਼ ਸਾਨੂੰ ਕੋਈ ਨਾ ਕੋਈ ਐਸਾ ਦੇਖਣ ਨੂੰ ਮਿਲਦਾ ਜਿਹੜਾ ਵਿਜੀਲੈਂਸ ਦੇ ਨੈਟ ਵਿੱਚ ਫਸਿਆ ਹੁੰਦਾ ਹੈਗਾ। ਪਰ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਨੂੰ ਠੱਲ ਪਾਉਣ 'ਚ ਕਾਮਯਾਬ ਹੋਵਾਂਗੇ। ਔਰ ਮੈਂ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਹਾਂ ਕਿ ਵੀਰੋ, ਜਿਹੜਾ ਬੇਈਮਾਨੀ ਦਾ ਦੌਰ ਸੀਗਾ, ਭ੍ਰਿਸ਼ਟਾਚਾਰ ਦਾ ਦੌਰ ਸੀਗਾ, ਉਹ ਖਤਮ ਹੋ ਗਿਆ। ਤੁਹਾਨੂੰ ਜੇ ਸਰਕਾਰੀ ਨੌਕਰੀਆਂ ਮਿਲੀਆਂ ਤਾਂ ਬੜੀ ਕਿਸਮਤ ਨਾਲ ਮਿਲਦੀਆਂ। ਇਹਨਾਂ ਨੂੰ ਖਤਰੇ 'ਚ ਨਾ ਪਾਓ, ਆਪਣੇ ਪਰਿਵਾਰ ਦਾ ਭਵਿੱਖ, ਆਪਣੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਨਾ ਪਾਓ। ਇਹ ਚੀਜ਼ਾਂ ਛੱਡ ਦਿਓ। ਇਹ ਨਾ ਸੋਚੋ ਕਿ ਜੇ ਤੁਹਾਡੇ ਤੇ ਕਾਰਵਾਈ ਨਹੀਂ ਹੋਈ, ਦੂਜਿਆਂ ਤੇ ਕਾਰਵਾਈ ਹੋਈ ਹੈ ਤਾਂ ਤੁਹਾਡੇ ਤੇ ਕਾਰਵਾਈ ਨਹੀਂ ਹੋਣੀ। ਜਿਸ ਦਿਨ ਫਸ ਗਏ ਫਿਰ ਛੁੱਟਣਾ ਨਹੀਂ ਹੈਗਾ। ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਆ ਉਹ ਰੁਲ ਜਾਣੀ ਹੈ। ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਕਿਰਪਾ ਕਰਕੇ ਸਮੇਂ ਦੀ ਜਿਹੜੀ ਧਾਰ ਹੈਗੀ ਆ ਉਹਨੂੰ ਪਛਾਣੋ ਤੇ ਭ੍ਰਿਸ਼ਟਾਚਾਰ 'ਚੋਂ ਬਾਹਰ ਆ ਜਾਓ। ਜੀ ਬਿਲਕੁਲ ਮਲਹੋਤਰਾ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆਹ ਅਪੀਲ ਜਿਹੜੀ ਅਖੀਰਲੀ ਅਪੀਲ ਕੀਤੀ ਹੈ, ਵਾਕਈ ਇਹ ਉਹ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਸੁਣਨੀ ਬਣਦੀ ਹੈ ਤੇ ਇਸ ਤੇ ਅਮਲ ਕਰਨਾ ਬਣਦਾ ਹੈ। ਕਿਉਂਕਿ ਚੋਰ ਨੂੰ ਚੋਰੀ ਕਰਦੇ ਨਾ ਦੇਖੋ, ਪੈਂਦੀਆਂ ਵੇਖੋ ਤਾਂ ਪਤਾ ਲੱਗ ਜਾਏਗਾ। ਕਿਉਂਕਿ ਬਿਲਕੁਲ ਇਹ ਸਹੀ ਗੱਲ ਹੈ। ਤੇ ਤੁਸੀਂ ਸਾਡੇ ਨਾਲ ਜੁੜੇ ਮਲਹੋਤਰਾ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸੋ ਇਹ ਸੀ ਅੱਜ ਦਾ ਨਜ਼ਰੀਆ। ਪਰ ਸਰਕਾਰ ਵੱਲੋਂ ਇੱਕ ਅਪੀਲ ਜ਼ਰੂਰ ਕਰ ਦਿੱਤੀ ਗਈ ਹੈ ਮਲਹੋਤਰਾ ਜੀ ਨੇ ਕਿ ਸੁਧਰ ਜਾਓ, ਨਹੀਂ ਤਾਂ ਇਹ ਨਾ ਸੋਚਿਆ ਜਾਏ ਕਿ ਅੱਜ ਤੁਹਾਡੇ ਤੇ ਕਾਰਵਾਈ ਨਹੀਂ ਹੋਈ ਤੇ ਤੁਸੀਂ ਬਚ ਗਏ ਹੋ। ਕਿਉਂਕਿ ਕਾਲੀਆਂ ਭੇਡਾਂ ਇਹਨਾਂ ਨੂੰ ਪਹਿਚਾਨਣੀਆਂ ਪੈਣੀਆਂ ਤੇ ਤਾਂ ਹੀ ਰੰਗਲੇ ਪੰਜਾਬ ਵਾਲੇ ਪਾਸੇ ਵਧਿਆ ਜਾ ਸਕਦਾ ਹੈ। ਨਜ਼ਰੀਆ ਬਿਯੋਂਡ ਦਾ ਵਿੱਚ ਅੱਜ ਇੰਨਾ ਹੀ। ਕੱਲ ਫਿਰ ਮਿਲਾਂਗੇ ਨਵੀਂ ਖਬਰ ਤੇ ਨਜ਼ਰ ਲੈ ਕੇ, ਇਸੇ ਟਾਈਮ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।